ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਵਿਦਿਆ, ਹਰ ਬਿਨ ਰਹਿਨ ਨਾ ਜਾਈ। ਜਿਉ ਮਛਲੀ ਬਿਨ ਨੀਰ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ। ਹਰਿ ਸਿਉ ਪ੍ਰੀਤ ਅੰਤਰ ਮਨ ਵਿਦਿਆ, ਹਰ ਬਿਨ ਰਹਿਨ ਨਾ ਜਾਈ। ਜਿਉ ਮਛਲੀ ਬਿਨ ਨੀਰ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਿ ਨਾਈ। ਹੋ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸਾਤ ਪਾਈ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰਿ ਨਾਈ। ਹੋ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸਾਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਜੀ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ। ਬਾਣੀ ਕੇ ਬੋਹਿਤ ਨਾਮ ਕੇ ਜਹਾਜ਼। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਰਮ ਪਵਿੱਤਰ ਚਰਨ ਕਮਲਾਂ ਵਿਖੇ ਹਾਜ਼ਰ ਹੋ ਰਿਹਾ ਹੈ। ਸਤਿਕਾਰਯੋਗ ਗੁਰਮੁਖ ਪਿਆਰਿਓ, ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ, ਟੈਲੀਵਿਜ਼ਨ ਜਾਂ ਇੰਟਰਨੈਟ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਨ ਜਾ ਰਿਹਾ ਹੈ ਸਮੂਹ ਸਤਸੰਗੀਓ। ਆਓ ਸਰਵਪ੍ਰਥਮ ਇਕਾਗਰਚਿਤ ਹੁੰਦਿਆਂ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵੇਲੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਸ ਪਾਵਨ ਹੁਕਮਨਾਮੇ ਦੀ ਵਿਚਾਰ ਕਰਨ ਲੱਗੇ ਹਾਂ, ਜੋ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਦਾ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 607 ਤੇ ਸੋਰਠ ਮਹੱਲਾ ਚੌਥਾ ਦੇ ਸਿਰਲੇਖ ਹੇਠਾਂ ਸੁਸ਼ੋਭਿਤ ਹੈ। ਵਿਚਾਰਾਂ ਕਰਨ ਤੋਂ ਪਹਿਲਾਂ ਮੈਂ ਆਪ ਸਰਬੱਤ ਨੂੰ ਬਹੁਤ ਬਹੁਤ ਮੁਬਾਰਕ ਆਖਦਾ। ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਗੁਰਤਾ ਗੱਦੀ ਦਿਵਸ ਹੈ। ਅੱਜ ਤੋਂ ਠੀਕ 313 ਸਾਲ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਥ ਦੇ ਵਾਲੀ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਸਿੱਖਾਂ ਨੇ ਇਹ ਗੱਲ ਪੁੱਛੀ, ਮਹਾਰਾਜ
ਤੁਸੀਂ ਆਖਦੇ ਹੋ ਮੈਂ ਆਪਣਾ ਸਰੀਰ ਇਸ ਜਹਾਨ ਤੋਂ ਸਮੇਟਣ ਲੱਗਾ। ਸਾਨੂੰ ਕਿਸ ਦੇ ਲੜ ਲਾ ਚੱਲੇ ਹੋ? ਤਾਂ ਅੱਜ ਦੇ ਦਿਹਾੜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਆਪਣਾ ਸੀਸ ਝੁਕਾਉਂਦਿਆਂ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਜੁਗੋ ਜੁਗ ਅਟਲ ਗੁਰੂ ਹੋਣਗੇ। ਅਸੀਂ ਇਸੇ ਲਈ ਬਿਨਾਂ ਨਾਗਾ ਰੋਜ਼ ਇਹਨਾਂ ਬਚਨਾਂ ਨੂੰ ਦ੍ਰਿੜ ਕਰਦੇ ਹਾਂ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਬਚਨ ਬੜੇ ਗਹਿਰੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ, ਇਹ ਹੁਕਮ ਤਾਂ ਸਿੱਖਾਂ ਨੂੰ ਹੈ, ਪਰ ਇਸ ਦਾ ਭਾਵ ਇਹ ਹਰਗਿਜ਼ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਤੇ ਕੇਵਲ ਸਿੱਖਾਂ ਵਾਸਤੇ ਨੇ। ਨਹੀਂ, ਦੁਨੀਆ ਦਾ ਕੋਈ ਵੀ ਬੰਦਾ ਮਹਾਨ ਹੋਵੇ ਮਾਮੂਲੀ ਹੋਵੇ, ਉੱਚਾ ਹੋਵੇ ਨੀਵਾਂ ਹੋਵੇ, ਰਾਜਾ ਹੋਵੇ ਰੰਕ ਹੋਵੇ, ਅਮੀਰ ਹੋਵੇ ਗਰੀਬ ਹੋਵੇ, ਵੱਡਾ ਹੋਵੇ ਛੋਟਾ ਹੋਵੇ, ਪੜ੍ਹਿਆ ਲਿਖਿਆ ਸਿਆਣਾ ਹੋਵੇ ਜਾਂ ਅਨਪੜ੍ਹ ਹੋਵੇ, ਬੱਚਾ ਹੋਵੇ ਕਿ ਬੁੱਢਾ, ਇਸਤਰੀ ਹੋਵੇ ਕਿ ਮਰਦ, ਬਿਨਾਂ ਕਿਸੇ ਵਿਤਕਰੇ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਦੀ ਬਾਣੀ ਦਾ ਆਨੰਦ ਮਾਣ ਸਕਦਾ ਹੈ। ਸਤਿਗੁਰੂ ਨੇ ਇਹ ਅੰਮ੍ਰਿਤ ਦਾ ਚਸ਼ਮਾ ਸਮੂਹ ਮਨੁੱਖਾਂ ਲਈ ਜਾਰੀ ਕੀਤਾ, ਕਿਸੇ ਇੱਕ ਵਿਅਕਤੀ ਲਈ ਨਹੀਂ, ਕਿਸੇ ਇੱਕ ਫਿਰਕੇ ਲਈ ਨਹੀਂ, ਕਿਸੇ ਇੱਕ ਕੌਮ ਲਈ ਨਹੀਂ। ਮੈਨੂੰ ਇੱਕ ਵਾਰਤਾ ਯਾਦ ਆਉਂਦੀ ਹੈ। ਸੰਨ 1984 ਦੇ ਉਹਨਾਂ ਦਿਨਾਂ ਨੂੰ ਯਾਦ ਕਰੋ। ਦਿਨ ਤੇ ਇਹ ਹੀ ਸਨ, ਖਾਸ ਕਰਕੇ ਜੂਨ 1984 ਔਰ ਅਕਤੂਬਰ ਦਾ ਆਖਰੀ ਦਿਹਾੜਾ ਤੇ ਨਵੰਬਰ ਦੇ ਸ਼ੁਰੂਆਤੀ ਦਿਨ ਸਿੱਖ ਪੰਥ ਲਈ ਸਦਾ ਲਈ ਕਾਲੇ ਇਤਿਹਾਸ ਵਿੱਚ ਲਿਖੇ ਜਾਣ ਵਾਲੇ ਅੱਖਰ ਨੇ। ਜਦੋਂ ਦੂਰ ਦੁਰਾਡੇ ਹਜ਼ਾਰਾਂ ਸਿੱਖਾਂ ਨੂੰ ਕਤਲੇਆਮ ਵਜੋਂ ਮਾਰ ਦਿੱਤਾ ਗਿਆ। ਮੈਂ ਫਿਰ ਇਹ ਗੱਲ ਦੁਹਰਾ ਕੇ ਆਖਦਾ, ਭਾਰਤ ਦੇ ਇਤਿਹਾਸ ਉੱਤੇ, ਭਾਰਤ ਦੇ ਇਤਿਹਾਸ ਵਿੱਚ ਸਰਕਾਰਾਂ ਦੇ ਮੱਥੇ ਉੱਤੇ ਲੱਗਾ ਹੋਇਆ ਇਹ ਕਲੰਕ ਕਦੇ ਨਹੀਂ ਮਿਟੇਗਾ। ਜਿੱਥੇ ਹਜ਼ਾਰਾਂ ਭੋਲੇ ਭਾਲੇ ਸਿੱਖਾਂ ਨੂੰ ਕਤਲ ਕੀਤਾ ਗਿਆ ਚੌਰਾਹੇ ਵਿੱਚ ਖੜਾ ਕਰਕੇ, ਉੱਥੇ ਹਜ਼ਾਰਾਂ ਹੀ ਗੁਰਦੁਆਰਿਆਂ ਉੱਤੇ ਹਮਲੇ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਹੁਰਮਤੀ ਕੀਤੀ ਗਈ। ਮੈਂ ਤੁਹਾਨੂੰ ਉਸ ਵੇਲੇ ਦੀ ਇੱਕ ਵਿਸ਼ੇਸ਼ ਵਾਰਤਾ ਸੁਣਾਉਣਾ ਚਾਹੁੰਦਾ। ਸੰਨ 1984 ਤੋਂ ਫੌਰਨ ਬਾਅਦ ਕੁਝ ਸੂਝਵਾਨ ਲੋਕਾਂ ਨੇ ਇੱਕ ਪ੍ਰੋਗਰਾਮ ਪਲਾਨ ਕੀਤਾ, ਬਈ ਅਸੀਂ ਕਿਉਂ ਨਾ ਸਾਰੀਆਂ ਥਾਵਾਂ ਤੇ ਸਟੇਟਾਂ ਵਿੱਚ, ਵੱਖ-ਵੱਖ ਸਟੇਟਾਂ ਤੇ ਵੱਖ-ਵੱਖ ਸ਼ਹਿਰਾਂ ਵਿੱਚ ਕਿਉਂ ਨਾ ਅਸੀਂ ਸਰਬ ਧਰਮ ਸੰਮੇਲਨ ਕਰਵਾਇਆ ਕਰੀਏ, ਤਾਂ ਕਿ ਧਾਰਮਿਕ ਤੌਰ ਤੇ ਜਿਹੜਾ ਇੱਕ ਪਾੜਾ ਬਣ ਰਿਹਾ ਹੈ, ਜਿਹੜੀ ਇੱਕ ਦੂਰੀ ਬਣ ਰਹੀ ਹੈ, ਉਸ ਨੂੰ ਮਿਟਾਇਆ ਜਾ ਸਕੇ। ਮੇਰੇ ਇੱਕ ਮਿੱਤਰ ਗਿਆਨੀ ਜੀ ਉਹਨਾਂ ਦਿਨਾਂ ਵਿੱਚ ਮੱਧ ਪ੍ਰਦੇਸ਼ ਦੇ ਸ਼ਹਿਡੋਲ ਵਿਖੇ ਰਹਿੰਦੇ ਸਨ। ਆਪ ਜੀ ਨੂੰ ਖਿਆਲ ਹੋਵੇਗਾ, ਸ਼ਹਿਡੋਲ ਬੜਾ ਵੱਡਾ ਸ਼ਹਿਰ ਹੈ ਮੱਧ ਪ੍ਰਦੇਸ਼ ਦਾ। ਗਿਆਨੀ ਜੀ ਹੋਰਾਂ ਨੇ ਮੈਨੂੰ ਵਾਰਤਾ ਸੁਣਾਈ, ਆਖਣ ਲੱਗੇ ਉਹਨਾਂ ਦਿਨਾਂ ਵਿੱਚ ਸ਼ਹਿਡੋਲ ਵਿਖੇ ਮੱਧ ਪ੍ਰਦੇਸ਼ ਦੀ ਸਰਕਾਰ ਵੱਲੋਂ ਇੱਕ ਸਰਵ ਧਰਮ ਸੰਮੇਲਨ ਰੱਖਿਆ ਗਿਆ। ਕਹਿਣ ਲੱਗੇ ਸਮੂਹ ਧਰਮਾਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਤੇ ਮੇਰੇ ਮਿੱਤਰ ਗਿਆਨੀ ਜੀ ਆਖਣ ਲੱਗੇ ਸਿੱਖ ਧਰਮ ਵੱਲੋਂ ਸਿੱਖੀ ਦੀ ਗੱਲ ਕਰਨ ਦੇ ਲਈ ਉਹਨਾਂ ਨੇ ਮੈਨੂੰ ਵੀ ਸੱਦਾ ਦਿੱਤਾ। ਆਖਣ ਲੱਗੇ ਜਿਸ ਵੇਲੇ ਸੁਣਾ ਹਟੇ ਸਾਰੇ ਜਣੇ ਆਪੋ ਆਪਣੀ ਗੱਲ, ਸਭ ਤੋਂ ਅਖੀਰ ਵਿੱਚ ਗਿਆਨੀ ਜੀ ਹੋਰਾਂ ਨੂੰ ਮੌਕਾ ਦਿੱਤਾ ਗਿਆ, ਹੁਣ ਤੁਸੀਂ ਨਾ ਸਿੱਖੀ ਦੀ ਗੱਲ ਸੁਣਾਓ।
ਗਿਆਨੀ ਜੀ ਹੋਰੀ ਆਖਣ ਲੱਗੇ ਇਹ ਕਿਵੇਂ ਹੋ ਸਕਦਾ ਹੈ, ਸਿੱਖੀ ਦੀ ਗੱਲ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜ਼ਿਕਰ ਨਾ ਹੋਵੇ। ਕਹਿਣ ਲੱਗੇ ਇਸ ਲਈ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਹੀ ਇਹ ਗੱਲਬਾਤ ਸ਼ੁਰੂ ਕੀਤੀ। ਮੈਂ ਸੰਗਤ ਨੂੰ ਦੱਸ ਰਿਹਾ ਸਾਂ, ਕਹਿਣ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਦੁਨੀਆ ਦਾ ਇੱਕੋ ਇੱਕ ਐਸਾ ਧਰਮ ਗ੍ਰੰਥ ਹੈ ਜਿਸ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਮੁਸਲਮਾਨਾਂ ਦੇ ਵੀ ਹਿੰਦੂਆਂ ਦੇ ਵੀ, ਹਿੰਦੂ ਸਮਾਜ ਵਿੱਚੋਂ ਉੱਚ ਜਾਤੀ ਲੋਕਾਂ ਦੇ ਵੀ ਅਤੇ ਨੀਵੀਂ ਜਾਤੀ ਦੇ ਕਹੇ ਜਾਂਦੇ ਸ਼ੂਦਰਾਂ ਦੇ ਬੋਲ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨੇ। ਜਿਹੜੇ 15 ਭਗਤ ਨੇ, ਸ਼ਾਇਦ ਆਪ ਜੀ ਨੂੰ ਖਿਆਲ ਹੋਵੇ, 15 ਦੇ 15 ਭਗਤ ਹੀ ਵੱਖ-ਵੱਖ ਇਲਾਕਿਆਂ ਨਾਲ ਸੰਬੰਧ ਰੱਖਦੇ ਨੇ। ਭਗਤ ਫਰੀਦ ਸਾਹਿਬ ਪਾਕਪਟਨ ਦੇ ਜਨਮੇ ਹੋਏ, ਮੁਲਤਾਨ ਦੇ ਰਹਿਣ ਵਾਲੇ। ਇਸੇ ਲਈ ਭਗਤ ਫਰੀਦ ਸਾਹਿਬ ਦੇ ਬੋਲਾਂ ਵਿੱਚੋਂ ਮੁਲਤਾਨੀ ਲਹਿਜੇ ਦੀ ਪੰਜਾਬੀ ਦੀ ਖੁਸ਼ਬੂ ਆਉਂਦੀ ਹੈ। ਸ਼ਾਇਦ ਆਪ ਜੀ ਨੂੰ ਚੇਤੇ ਹੋਵੇ, ਭਗਤ ਫਰੀਦ ਨੂੰ ਲੋਕ ਸੂਫੀ ਮੁਸਲਮਾਨ ਆਖਦੇ ਸਨ। ਭਗਤ ਫਰੀਦ ਦਾ ਜਨਮ ਸਨ 1173 ਵਿੱਚ ਹੋਇਆ, ਚੇਤੇ ਰੱਖਣਾ। ਆਖਣ ਲੱਗੇ ਇਸ ਲਈ ਮੈਂ ਮਾਣ ਨਾਲ ਕਹਿ ਰਿਹਾ ਸਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਗਭਗ 6 ਸਦੀਆਂ ਦਾ ਧਾਰਮਿਕ ਅਧਿਆਤਮਿਕ ਤਜਰਬਾ ਮੌਜੂਦ ਹੈ। ਸਨ 1173 ਤੋਂ ਲੈ ਕੇ ਸਨ 1675 ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਤੱਕ ਜਿੰਨਾ ਅਧਿਆਤਮਿਕ ਤਜਰਬਾ ਸੀ ਨਾ, ਉਹ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਕਹਿਣ ਲੱਗੇ ਲੋਕ ਭਗਤ ਫਰੀਦ ਨੂੰ, ਭਗਤ ਭੀਖਣ ਨੂੰ ਮੁਸਲਮਾਨ ਕਹਿੰਦੇ ਸਨ, ਬਾਕੀ ਬਹੁਤੇ ਭਗਤਾਂ ਨੂੰ ਲੋਕ ਹਿੰਦੂ ਆਖਦੇ ਸਨ। ਭਾਵੇਂ ਕਿ ਭਗਤ ਕਬੀਰ ਸਾਹਿਬ ਤੇ ਭਗਤ ਨਾਮਦੇਵ ਸਾਹਿਬ ਦੇ ਬੋਲ ਪੜੀਏ ਨਾ, ਉਹ ਤੇ ਐਲਾਨੀਆਂ ਕਹਿ ਦਿੰਦੇ ਨੇ, ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ। ਭਗਤ ਕਬੀਰ ਔਰ ਭਗਤ ਨਾਮਦੇਵ, ਚੇਤੇ ਰੱਖਣਾ। ਬਾਕੀ ਦੇ ਸਾਰੇ ਭਗਤ ਵੱਖ-ਵੱਖ ਥਾਵਾਂ ਤੇ ਰਹਿਣ ਵਾਲੇ, ਕੋਈ ਮੱਧ ਭਾਰਤ ਵਿੱਚ ਰਹਿੰਦਾ ਹੈ। ਦੇਖੋ ਭਗਤ ਕਬੀਰ, ਭਗਤ ਰਾਮਾਨੰਦ ਤੇ ਭਗਤ ਰਵਿਦਾਸ, ਇਹ ਤਿੰਨੇ ਬਨਾਰਸ ਦੇ ਰਹਿਣ ਵਾਲੇ, ਮੱਧ ਭਾਰਤ ਵਿੱਚ ਰਹਿਣ ਵਾਲੇ ਨੇ। ਫਿਰ ਭਗਤ ਫਰੀਦ ਸਾਹਿਬ ਉਹ ਪੱਛਮੀ ਪੰਜਾਬ ਦੇ ਰਹਿਣ ਵਾਲੇ। ਭਗਤ ਨਾਮਦੇਵ ਸਾਹਿਬ ਮਹਾਰਾਸ਼ਟਰ ਦੇ ਰਹਿਣ ਵਾਲੇ, ਹਿੰਗੋਲੀ ਜ਼ਿਲ੍ਹੇ ਵਿੱਚ ਅੱਜ ਵੀ ਉਹਨਾਂ ਦੇ ਥਾਂ ਤੇ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਸਿੱਖਾਂ ਨੇ ਗੁਰਦੁਆਰਾ ਬਣਾਇਆ ਹੈ। ਔਰ ਆਪ ਦੀ ਜਾਣਕਾਰੀ ਲਈ ਇਹ ਗੱਲ ਆਖ ਦੇਣ ਵਿੱਚ ਮੈਨੂੰ ਕੋਈ ਹਰਜ ਨਹੀਂ ਪ੍ਰਤੀਤ ਹੁੰਦਾ। ਭਗਤ ਨਾਮਦੇਵ ਸਾਹਿਬ ਦੇ ਲਈ ਮਹਾਰਾਸ਼ਟਰ ਦੀ ਹਾਈ ਕੋਰਟ ਵਿੱਚ ਸਿੱਖਾਂ ਨੇ ਕੇਸ ਕੀਤਾ ਕਿ ਭਗਤ ਨਾਮਦੇਵ ਸਾਹਿਬ ਨੂੰ ਮਹਾਰਾਸ਼ਟਰ ਦਾ ਸ਼੍ਰੋਮਣੀ ਸੰਤ ਹੋਣ ਦਾ ਸਟੇਟਸ ਦਿੱਤਾ ਜਾਣਾ ਚਾਹੀਦਾ ਹੈ। ਔਰ ਬਾਕਾਇਦਾ ਹਾਈ ਕੋਰਟ ਨੇ ਇਹ ਅਵਾਰਡ ਦਿੱਤਾ ਸਿੱਖਾਂ ਦੇ ਕੀਤੇ ਹੋਏ ਮੁਕੱਦਮੇ ਕਰਕੇ। ਭਗਤ ਨਾਮਦੇਵ ਸਾਹਿਬ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ। ਇਸੇ ਤਰ੍ਹਾਂ ਵੱਖ-ਵੱਖ ਭਗਤ, ਭਗਤ ਧੰਨਾ ਸਾਹਿਬ, ਭਗਤ ਜੈਦੇਵ ਸਾਹਿਬ, ਭਗਤ ਸੂਰਦਾਸ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਨੇ। ਸੋ ਇਹ ਮੰਨਿਆ ਜਾ ਸਕਦਾ ਹੈ, ਕੁਦਰਤੀ ਗੱਲ ਹੈ ਬਈ ਵੱਖ-ਵੱਖ ਥਾਵਾਂ ਤੇ ਰਹਿੰਦੇ ਸਨ, ਵੱਖ-ਵੱਖ ਬੋਲੀ ਬੋਲਦੇ ਸਨ, ਵੱਖ-ਵੱਖ ਸੱਭਿਆਚਾਰ ਨਾਲ ਸੰਬੰਧ ਰੱਖਦੇ ਸਨ, ਵੱਖ-ਵੱਖ ਪਹਿਨਾਵਾ ਸੀ ਉਹਨਾਂ ਦਾ, ਵੱਖ-ਵੱਖ ਤਰ੍ਹਾਂ ਦਾ ਖਾਣ ਪੀਣ ਸੀ, ਪਰ ਸਾਰਿਆਂ ਦੇ ਬੋਲ ਬਿਨਾਂ ਕਿਸੇ ਵਿਤਕਰੇ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਦਿੱਤੇ। ਅੱਜ ਨਾ ਮੈਨੂੰ ਮਾਣ ਹੈ, ਮੈਂ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਰ ਝੁਕਾਉਣਾ ਨਾ, ਜਾਂ ਮੈਂ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਦਾ, ਮੈਨੂੰ ਯਕੀਨ ਜਾਣਿਓ ਇਸੇ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ ਮੈਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਦੀ ਹਜ਼ੂਰੀ ਵਿੱਚ ਬੈਠਾ ਹੋਇਆ, ਮੈਂ 10 ਗੁਰੂਆਂ ਦੀ ਹਜ਼ੂਰੀ ਵਿੱਚ ਬੈਠਾ ਹੋਇਆ ਨਹੀਂ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ, ਸਮੂਹ 35 ਮਹਾਂਪੁਰਸ਼ਾਂ ਦੀ
ਹਜ਼ੂਰੀ ਦਾ, ਉਹਨਾਂ ਦੀ ਸੰਗਤ ਦਾ ਆਨੰਦ ਮਾਣ ਰਿਹਾ ਹੁੰਨਾ। ਤੁਹਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ। ਆਦਰਯੋਗ ਗਿਆਨੀ ਜੀ ਹੋਰੀ ਮੈਨੂੰ ਕਹਿਣ ਲੱਗੇ, ਜਿਸ ਵੇਲੇ ਮੈਂ ਐਸੇ ਬੋਲ ਸੁਣਾਏ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਪਦੇਸ਼ ਹੈ, ਬੇਨਿਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਬਹੀ ਚਲਣਾ ਆਇਓ ਪੰਜੇ ਵਕਤ ਮਸੀਤ। ਹੁਣ ਇਹ ਉਪਦੇਸ਼ ਤੇ ਕਿਸੇ ਮੁਸਲਮਾਨ ਨੂੰ, ਫਿਰ ਇਹ ਗੱਲ ਸਾਨੂੰ ਮਾਣ ਨਾਲ ਕਹਿਣੀ ਚਾਹੀਦੀ ਹੈ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਇੱਕੋ ਇੱਕ ਇਹੋ ਜਿਹਾ ਧਰਮ ਸਥਾਨ ਹੈ ਜਿੱਥੇ ਕਿਸੇ ਮੁਸਲਮਾਨ ਨੂੰ ਵੀ ਉਪਦੇਸ਼ ਮਿਲ ਸਕਦਾ ਹੈ, ਜਿੱਥੇ ਕਿਸੇ ਹਿੰਦੂ ਨੂੰ ਵੀ ਉਪਦੇਸ਼ ਮਿਲ ਸਕਦਾ ਹੈ, ਜਿੱਥੇ ਜਗਤ ਦੇ ਹਰੇਕ ਵਿਅਕਤੀ ਨੂੰ ਉਪਦੇਸ਼ ਮਿਲ ਸਕਦਾ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੁੰਦੀ ਜਿਸ ਵੇਲੇ ਅਸੀਂ ਅਰਬੀ ਦੇ, ਫਾਰਸੀ ਦੇ, ਸਤਿਗੁਰੂ ਦੇ ਲਿਖੇ ਹੋਏ ਬੋਲ ਪੜ੍ਹਦੇ ਹਾਂ। ਖਿਮਾ ਕਰਿਆ ਜੇ, ਲੋਕ ਤੇ ਅਰਬੀ ਤੇ ਫਾਰਸੀ ਨੂੰ ਹਿੰਦੁਸਤਾਨ ਵਿੱਚ ਮਲੇਛ ਭਾਸ਼ਾ ਆਖ ਕੇ ਨਫ਼ਰਤ ਕਰਦੇ ਸਨ। ਚੇਤੇ ਰੱਖਣਾ ਇਹ ਗੱਲ, ਕਿਉਂਕਿ ਧਾਰਮਿਕ ਤੌਰ ਤੇ ਉਸ ਵੇਲੇ ਇੰਨੀ ਨਫ਼ਰਤ ਸੀ ਨਾ ਗੁਰੂ ਨਾਨਕ ਦੇ ਪ੍ਰਕਾਸ਼ ਵੇਲੇ। ਸਾਰਾ ਹਿੰਦੂ ਸਮਾਜ ਮੁਸਲਮਾਨ ਵੀਰਾਂ ਨੂੰ ਮਲੇਛ ਕਹਿ ਕੇ ਨਫ਼ਰਤ ਕਰਦਾ ਸੀ ਤੇ ਸਾਰਾ ਮੁਸਲਿਮ ਸਮਾਜ ਇੱਥੇ ਵਸਦੇ ਹਿੰਦੂਆਂ ਨੂੰ ਲਾਲਾ ਜਾਂ ਗੁਲਾਮ ਆਖ ਕੇ ਬੁਲਾਉਂਦਾ ਸੀ, ਕਾਫਰ ਕਹਿ ਕੇ ਬੁਲਾਉਂਦਾ ਸੀ। ਪਰ ਬਲਿਆਰ ਜਾਈਏ, ਮੈਨੂੰ ਇਹ ਵਾਰਤਾ ਕਦੇ ਭੁੱਲਦੀ ਨਹੀਂ। ਢੇਰ ਸਮਾਂ ਹੋ ਗਿਆ ਜਦੋਂ ਇੱਕ ਵਾਰ ਨਾ ਮੈਨੂੰ ਜੰਮੂ ਵਿਖੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੇ ਗੁਰੂ ਦੇ ਬਚਨ ਸੁਣਾਉਣ ਦਾ ਸੁਭਾਗ ਅਵਸਰ ਹਾਸਲ ਹੋਇਆ। ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ, ਬੜਾ ਵੱਡਾ ਇਕੱਠ ਸੀ। ਉਹਨਾਂ ਦਿਨਾਂ ਵਿੱਚ ਉਸ ਦਿਨ ਕਸ਼ਮੀਰ ਦੀ ਸਰਕਾਰ ਦੇ ਇੱਕ ਮੁਸਲਿਮ ਮਿਨਿਸਟਰ ਸਾਹਿਬ ਨੂੰ ਵੀ ਸੱਦਾ ਦਿੱਤਾ ਗਿਆ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਕੁਦਰਤੀ ਮੇਰੇ ਤੋਂ ਫੌਰਨ ਪਹਿਲਾਂ ਉਹਨਾਂ ਮਿਨਿਸਟਰ ਸਾਹਿਬ ਨੂੰ ਸਟੇਜ ਤੇ ਗੁਰੂ ਨਾਨਕ ਦੇ ਬਾਰੇ ਵਿੱਚ ਕੁਝ ਬੋਲ ਸਾਂਝੇ ਕਰਨ ਲਈ ਆਖਿਆ ਗਿਆ। ਮੈਨੂੰ ਉਹਨਾਂ ਦਾ ਨਾਂ ਤੇ ਭੁੱਲ ਗਿਆ, ਪਰ ਉਹਨਾਂ ਨੂੰ ਹਾਜੀ ਸਾਹਿਬ ਕਹਿ ਕੇ ਪੁਕਾਰਿਆ ਜਾ ਰਿਹਾ ਸੀ। ਖੈਰ, ਜਿਵੇਂ ਹੀ ਹਾਜੀ ਸਾਹਿਬ ਹੋਰਾਂ ਨੇ ਆਪਣੇ ਬੋਲ ਸਮਾਪਤ ਕੀਤੇ, ਫੌਰਨ ਹੁਕਮ ਹੋਇਆ ਕਿ ਮੈਂ ਹੁਣ ਸੰਗਤ ਨੂੰ ਬੋਲ ਸੁਣਾਵਾਂ। ਮੈਂ ਹਾਜੀ ਸਾਹਿਬ ਨੂੰ ਸੰਬੋਧਨ ਕਰਕੇ ਆਖਿਆ, ਮੈਂ ਕਿਹਾ ਦੇਖੋ, ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਫਾਰਸੀ ਦੇ ਕੁਝ ਬਚਨ ਆਖੇ ਸਨ। ਤਿਲੰਗ ਰਾਗ ਦਾ ਸ਼ਬਦ ਹੈ, ਯਕ ਅਰਜ਼ ਗੁਫਤਮ ਪੇਸ਼ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮਸਰ ਮੂਏ ਅਜ਼ਰਾਇਲ ਗ੍ਰਿਫਤਹ ਦਿਲ ਹੇਚ ਨਾ ਦਾਨੀ, ਜ਼ਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਆਖਿਰ ਬੇਅਫਤਮ ਕਸਨਾ ਦਾਰਦ ਚੂੰ ਸ਼ਬਦ ਤਕਬੀਰ। खैर, मैं जिस वे बोल पढ़ के सुनाया ना, हाजी साहब खड़े होके कहने लगे, या अल्लाह, आप ये गुरु नानक का कलाम मुझे सुना रहे हैं या आप कुरान पाक की आयत मुझे सुना रहे हैं? सच जाने उस वेले मेरा सिर मान नाल उच्चा हो रहा सी। मैं उस बाबे नानक दा सिख हाँ जिस बाबे का उपदेश, जिस बाबे की बाणी सारी दुनिया लई सर्व सांझी है। इस तरह जिस वेले एक बार मैनू बनारस विखे जाने का मौका मिला ना, मैं सतगुरु महाराज गुरु नानक साहब के बोल सुनाए, एक कृष्णं सर्वदेवा देव देवाता आत्मा, आत्मा श्री वासुदेवस जे कोई जानस भेव, नानक तांको दास है सोई निरंजन देव। श्लोक सहस्कृति श्री गुरु ग्रंथ साहिब जी महाराज। आदरयोग ज्ञानी जी मैनू आखन लगे, जिस वेले मैं ऐसे बोल सुनाए ना सारी संगत नूं, उस वेले मध्य प्रदेश की एक स्त्री MLA भी उत्थे हाजिर सी। कहने लगे, मेरे तो बाद उन्होंने आख्या, ज्ञानी जी आज मुझे ऐसे लगता है अगर गुरु ग्रंथ साहिब के यही बोल हमने सभी को सुना दिए होते
तो कम से कम सभी को लगता कि सिख इस देश में बेगाने नहीं हैं, बल्कि वो तो हमारे संतों, गुरुओं और पीरों की बात करते हैं। तो फिर आखिर में आखन लगी, आज मुझे उन हिंदू भाइयों पे शर्म आती है जिन हिंदू भाइयों ने केवल सिख होना जान के 1984 के उन दिनों में सिखों पर गुरु ग्रंथ साहिब पे हमले किए। शर्म आती है, आनी चाहिए, क्योंकि श्री गुरु ग्रंथ साहिब जी महाराज जिन्हां नूं गुरु होण दा ਇਹ पद दिता गया, पदवी दी गई। मैं फिर दोहराना, हुक्म ते सिखां नूं है, सब सिखन को हुक्म है गुरु मान्यो ग्रंथ, हुक्म ते सिखां नूं है। पर ऐसी पाबंदी किते नहीं कि सिख तो इलावा होर कोई पाठ नहीं कर सकता। जेड़ा मर्जी करे, जेड़ा मर्जी अमृत पीवे, जेड़ा मर्जी आनंद माणे। ਅੱਜ क्योंकि सतगुरु का पावन गुरता गद्दी दिवस है, मैं चाहांगा सतगुरु के बारे में कुछ बचन मैं आप नाल होर साझे करा, फिर आप सतगुरु के पावन हुक्मनामे के विचार करते हैं। बड़ी बार ना अज भी ऐसे लोगों की कमी नहीं है जिहड़े इस भुलेखे का शिकार ने कि गुरु केवल ते केवल देहधारी ही हो सकता है, शब्द गुरु नहीं हो सकता, देहधारी ही हो सकता है। और फिर वो बार बार ये दावा करनगे, देखो जी शुरू तो लैके देहधारी ही गुरु रहे। इसलिए श्री गुरु ग्रंथ साहिब जी महाराज शब्द गुरु होने के नाते गुरु नहीं हो सकते, ये उन्हों का दावा है। मैं एक दो छोटे छोटे ख्याल तुहाडे नाल साझे करा। वैसे ना ये गल समझनी कोई रॉकेट साइंस वाली गल नहीं, इट इज़ वेरी ईजी, बड़ा सौखा है। मैं तुहानूं एक उदाहरण दिया, मान लो कोई बच्चा जिसनों असीं काका आखदे सां जां बिट्ठू आखदे सां जां पप्पू आखदे सां, कई बार ना जवानी तक इहो जिहा नाम चलते रहिंदे। हुण ओही काका स्कूल जाण तो बाद जिस वेले थोड़ी जी होर उसने विद्या हासिल कर लई, तो विद्या हासिल करके एक दिहाड़े मन लाओ BEd कर लवे, BEd बैचलर ऑफ एजुकेशन, जां होर इहो जिहियां डिग्रियां कर लवे जिहड़ियां किसी टीचर नाल, टीचिंग लाइन नाल संबंधित ने, तो एक दिन वो टीचर बन जाएगा ना, जदों वो सारा ज्ञान हासिल कर लेगा, हिरदे विच वसा लेगा, इम्तिहान देने तो बाद उसनों टीचर बनाया जा सकता है ना। फिर मैं दोहरा के गल आखदा, ओही जिसनों असीं छोटे हुंदियां काका आखदे सां, बच्चा आखदे सां, कुछ होर नावां नाल पुकारदे सां, पर जिस दिन वो टीचर हो गया, चेते रखना उसे टीचर नूं मध्य प्रदेश विच, यूपी विच, महाराष्ट्र विच अज भी गुरु दे नाम नाल ही पुकारिया जाएगा। स्कूलों विच मास्टर जी जां गुरु जी आख्या जाएगा, ये रिवाज है उतों का। अच्छा, मैं हुण एक गल पुछ सकदा, बई वो छोटा जिहा काका वो गुरु किवें हो गया? कि उसका शरीर बदलिया, उसका रंग रूप बदल गया? गुरु किवें होया? उसने गुरुशिप किवें मिल गई? गल सिर्फ इतनी है कि जदों उसने वो वाला ज्ञान हिरदे विच धारण कर लिया, उस ज्ञान दे हिरदे विच आउंदियां सार, शब्द गुरु दे हिरदे विच आउंदियां सार, एक आम शरीर वाला व्यक्ति भी गुरु हो गया। फिर गुरु की होया? गुरु ते ज्ञान है ना, जिस दे अंदर आउंदियां सार कोई एक आम मामूली जिहा बंदा गुरु हो जाता है। यह गल गुरु काल विच वापरदी रही। सन 1532 विच जदों पहली बार महाराज गुरु अंगद देव साहिब सच्चे पातशाह गुरु नानक दे चरणों विच आए, तो उन्हां दा नाम बाबा लहणा सी। बाबा भी असीं सत्कार नाल कहने, लोग ते लहणा आके पुकारदे सन।
7 ਸਾਲ ਗੁਰੂ ਦੇ ਚਰਨਾਂ ਵਿੱਚ ਰਹੇ। ਜਦੋਂ ਹਿਰਦੇ ਵਿੱਚ ਸ਼ਬਦ ਗੁਰੂ ਦੀ ਜੋਤ ਜਗ ਪਈ ਨਾ, ਉਸ ਦਿਹਾੜੇ ਇੱਕ ਦਿਨ ਮਹਾਰਾਜ ਗੁਰੂ ਨਾਨਕ ਦੇਵ ਨੇ ਭਰੀ ਸੰਗਤ ਦੇ ਸਾਹਮਣੇ ਐਲਾਨ ਕਰ ਦਿੱਤਾ, ਅੱਜ ਤੋਂ ਬਾਅਦ ਇਹ ਲਹਿਣਾ ਨਹੀਂ ਜੇ ਰਿਹਾ, ਬਲਕਿ ਗੁਰੂ ਅੰਗਦ ਦੇਵ ਹੋ ਗਏ ਨੇ। ਇਸੇ ਲੜੀ ਨੂੰ ਅੱਗੇ ਤੱਕ ਚਲਾਉਂਦੇ ਰਹਿਣਾ। ਇੱਕ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਦੋਂ ਵੇਖਿਆ ਇਸ ਮੇਰੇ ਪਿਆਰੇ ਸੇਵਕ ਦੇ ਹਿਰਦੇ ਵਿੱਚ ਸ਼ਬਦ ਗੁਰੂ ਦੀ ਜੋਤ ਜਗ ਪਈ ਹੈ, ਸਾਰਾ ਗਿਆਨ ਹਿਰਦੇ ਵਿੱਚ ਟਿਕ ਗਿਆ, ਅਧਿਆਤਮਿਕ ਗਿਆਨ ਹਾਸਲ ਕਰ ਲਿਆ, ਉਸ ਦਿਨ ਐਲਾਨ ਕਰ ਦਿੱਤਾ, ਅੱਜ ਤੋਂ ਬਾਅਦ ਇਹ ਕੇਵਲ ਅਮਰਦਾਸ ਨਹੀਂ ਨੇ, ਬਲਕਿ ਗੁਰੂ ਅਮਰਦਾਸ ਹੋ ਗਏ ਨੇ। ਉਸੇ ਗੁਰੂ ਅਮਰਦਾਸ ਨੇ ਇੱਕ ਦਿਨ, ਜਿਸ ਨੂੰ ਦੁਨੀਆ ਜੇਠੇ ਦੇ ਨਾਮ ਨਾਲ ਪੁਕਾਰਦੀ ਸੀ, ਇਹ ਐਲਾਨ ਕਰ ਦਿੱਤਾ, ਜਦੋਂ ਵੇਖਿਆ ਕਿ ਮੇਰਾ ਇਹ ਪਿਆਰਾ ਸੇਵਕ ਭਾਈ ਜੇਠਾ, ਜਿਸ ਦੇ ਹਿਰਦੇ ਵਿੱਚ ਸ਼ਬਦ ਦੀ ਜੋਤ ਜਗ ਪਈ ਹੈ, ਜਿਸ ਨੂੰ ਇਹ ਸਾਰਾ ਰੱਬੀ ਗਿਆਨ ਸਮਝ ਆ ਗਿਆ, ਸਿਰਫ ਸਮਝ ਹੀ ਨਹੀਂ ਆਇਆ, ਜਿਹੜਾ ਇਹ ਸਾਰਾ ਰੱਬੀ ਗਿਆਨ ਦੂਜਿਆਂ ਨੂੰ ਦੇਣ ਜੋਗਾ ਹੋ ਗਿਆ, ਤਾਂ ਕੀ ਹੁਕਮ ਕੀਤਾ, ਅੱਜ ਤੋਂ ਬਾਅਦ ਸੰਗਤ ਜੀ ਇਹ ਮੇਰੀ ਥਾਂ ਤੇ ਗੁਰੂ ਰਾਮਦਾਸ ਦੇ ਰੂਪ ਵਿੱਚ ਬਿਰਾਜਮਾਨ ਹੋਣਗੇ। ਅਸੀਂ ਕਿੱਡੇ ਪਿਆਰ ਨਾਲ ਪੜ੍ਹਦੇ ਹਾਂ ਇਹ ਬਚਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਧੰਨ ਗੁਰੂ ਰਾਮਦਾਸ, ਤੁਸੀਂ ਇਹਨੇ ਮਹਾਨ ਹੋ ਗਏ। ਇਸੇ ਤਰ੍ਹਾਂ ਇੱਕ ਦਿਹਾੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖ ਦਿੱਤੀ। ਉਸ ਦਿਨ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਇਹ ਪੋਥੀ ਸਾਹਿਬ ਨਹੀਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ। ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਉਚਾਰਨ ਕੀਤਾ ਨਾ, ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਪਰਮੇਸ਼ਰ ਕਾ ਥਾਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸ਼ੁਰੂ ਵਿੱਚ ਪੋਥੀ ਸਾਹਿਬ ਹੀ ਆਖਦੇ ਸਨ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਇਹ ਕੇਵਲ ਪੋਥੀ ਸਾਹਿਬ ਨਹੀਂ ਨੇ, ਕੇਵਲ ਗ੍ਰੰਥ ਸਾਹਿਬ ਨਹੀਂ ਨੇ, ਬਲਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ ਨੇ। ਹੁਣ ਤੁਸੀਂ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਣ ਕੇ ਮੱਥਾ ਟੇਕਣਾ ਹੈ। ਬੰਸਾਵਲੀ ਨਾਮੇ ਵਿੱਚ ਸਰਦਾਰ ਕੇਸਰ ਸਿੰਘ ਛਿੱਬਰ ਹੋਰਾਂ ਨੇ ਬੜੇ ਪਿਆਰੇ ਬੋਲ ਲਿਖੇ। ਉਹ ਕਹਿੰਦੇ ਨੇ, ਪਾਤਸ਼ਾਹ 10ਵਾਂ, ਬੜੇ ਹਿਸਟੋਰੀਕਲ ਬੋਲ ਨੇ, ਪਾਤਸ਼ਾਹ 10ਵਾਂ ਗੱਦੀ ਗੁਰਿਆਈ ਦੀ ਗ੍ਰੰਥ ਕੋ ਦੇ ਹੈ ਗਿਆ, पातशाह 10वां गद्दी गुरियाई की ग्रंथ को दे है गया, सोई प्रतख गुरु असाडा ग्रंथ साहिब है, जो ग्रंथ तो गया सो सब तो गया। फिर भाई क्यों ना आखिए धन श्री गुरु ग्रंथ साहिब जी महाराज, फिर आखो धन श्री गुरु ग्रंथ साहिब जी महाराज। चेते रखियो श्री गुरु ग्रंथ साहिब जी का जिक्र करने वेले इस तो घट नहीं उच्चारण किया जा सकता। श्री गुरु ग्रंथ साहिब जी चेते रखना। मैं आज ऐसे श्री गुरु ग्रंथ साहिब जी महाराज के पावन गुरता गद्दी दिवस से आप सारिਆਂ ਨੂੰ एक बार फिर मुबारक आखना। एक आखिरी गल होर, इस तो पहला कि आप शब्द विचार मुड़ प्रारंभ करिए। सिख पंथ दे बड़े महान विद्वान सन आदरयोग बाबा गुरमुख सिंह जी पटियाले वाले। यकीन जानियो लोग तो उन्होंने संत आखते सन, पर ना बड़ी मिशन की भावना वाले संत सन बाबा गुरमुख सिंह पटियाले वाले। एक दिन किसी ने बाबा गुरमुख सिंह जी होरां नूं पुछ लिया, कहने लगे बाबा जी कृपा करके एक गल दसो,
ਦੁਨੀਆ ਕਹਿੰਦੀ ਹੈ ਕਿ ਦੇਹਧਾਰੀ ਗੁਰੂ ਚੰਗਾ ਹੁੰਦਾ ਹੈ, ਤੁਸੀਂ ਆਖਦੇ ਹੋ ਕਿ ਨਹੀਂ ਸ਼ਬਦ ਗੁਰੂ ਮਹਾਨ ਹੈ। ਜ਼ਰਾ ਨਿਰਣਾ ਕਰਕੇ ਸਮਝਾਓਗੇ ਕੀ ਹੋਣਾ ਚਾਹੀਦਾ ਹੈ? ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲੇ ਨਾਲ ਮੁਸਕਰਾ ਪਿਆ, ਕਹਿਣ ਲੱਗੇ ਦੇਖੋ ਮੈਂ ਸਮਝਾ ਦੇਣਾ, ਤੁਸੀਂ ਆਪੇ ਸਮਝ ਲੈਣਾ। ਪਤਾ ਉਹਨਾਂ ਨੇ ਕੀ ਬਚਨ ਆਖੇ? ਕਹਿਣ ਲੱਗੇ ਮੰਨ ਲਓ ਕੋਈ ਔਰਤ ਕਿਸੇ ਬੜੇ ਉੱਤਮ ਜੀਵਨ ਵਾਲੇ ਸਾਧ ਨੂੰ ਭੋਰੇ ਵਿੱਚ ਬੈਠਿਆਂ ਇਕੱਲੇ ਕਮਰੇ ਵਿੱਚ ਮੰਨ ਲਓ ਬਚਨ ਕਰਕੇ ਆਵੇ, ਉਸਦੇ ਕੋਲ ਬੈਠੀ ਹੋਵੇ। ਮੈਂ ਫਿਰ ਦੁਹਰਾਨਾ, ਇਹ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਦੇ ਬਚਨ ਨੇ। ਬਾਬਾ ਗੁਰਮੁਖ ਸਿੰਘ ਜੀ ਹੋਰੀ ਆਖਣ ਲੱਗੇ ਮੰਨ ਲਓ ਕੋਈ ਇਕੱਲੀ ਔਰਤ ਕਿਸੇ ਸਾਧ ਨੂੰ, ਕਿਸੇ ਸੰਤ ਨੂੰ ਇਕੱਲੇ ਕਮਰੇ ਵਿੱਚ ਮਿਲਦਿਆਂ ਵਾਪਸ ਆਵੇ ਨਾ, ਤੇ ਉਸ ਨੂੰ ਪੁੱਛੀਏ ਕਿੱਥੋਂ ਆਈ ਹੈ, ਉਸ ਤੇ ਸ਼ੱਕ ਕੀਤਾ ਜਾ ਸਕਦਾ ਹੈ। ਔਰਤ ਤੇ ਸ਼ੱਕ ਕੀਤਾ ਜਾ ਸਕਦਾ ਹੈ। ਕਿਉਂ? ਕਿਉਂਕਿ ਕਿਸੇ ਦੇਹਧਾਰੀ ਨੂੰ ਮਿਲ ਕੇ ਆ ਰਹੀ ਹੈ। ਬਾਬਾ ਗੁਰਮੁਖ ਸਿੰਘ ਜੀ ਹੋਰੀ ਆਖਣ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ, ਇਕੱਲੇ ਕਮਰੇ ਵਿੱਚ ਕੋਈ ਔਰਤ 1 2 4 ਮਿੰਟ ਨਹੀਂ ਬਲਕਿ ਘੰਟਿਆਂ ਬੱਧੀ, ਦਿਨਾਂ ਬੱਧੀ ਬੈਠੀ ਰਵੇ, ਬਾਹਰ ਜਿਸ ਵੇਲੇ ਆਵੇਗੀ ਨਾ ਕੋਈ ਪੁੱਛੇ ਕਿੱਥੋਂ ਆਈ ਹੈ, ਤੇ ਉਸ ਨੂੰ ਸਿਰ ਝੁਕਾਉਣ ਦੀ ਲੋੜ ਨਹੀਂ ਪੈਗੀ, ਉਹ ਤੇ ਮਾਣ ਨਾਲ ਆਖੇਗੀ ਮੈਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚੋਂ ਆ ਰਹੀ ਹਾਂ। ਤੁਸੀਂ ਆਪੇ ਫੈਸਲਾ ਕਰੋ। ਐਸੇ ਸ਼ਬਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਗੁਰਤਾ ਗੱਦੀ ਦਿਵਸ ਤੇ ਮੈਂ ਆਪ ਸਰਬੱਤ ਨੂੰ ਇੱਕ ਵਾਰ ਫਿਰ ਮੁਬਾਰਕ ਆਖਦਾ। ਅੱਜ ਦੇ ਪਾਵਨ ਦਿਹਾੜੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਮੁਖਾਰ ਬਿੰਦ ਵਿੱਚੋਂ ਉਚਾਰਨ ਕੀਤੇ ਹੋਏ ਬੋਲ ਜੋ ਅੱਜ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਏ, ਆਓ ਆਪਾਂ ਉਹਨਾਂ ਦੀ ਵਿਚਾਰ ਕਰਦੇ ਹਾਂ। ਬੜੇ ਪਿਆਰੇ ਬੋਲ ਨੇ, ਬੜੇ ਪਿਆਰੇ ਬੋਲ ਨੇ। ਲੰਬਾ ਸਮਾਂ ਹੋ ਗਿਆ ਮੈਂ ਕਿਸੇ ਰਾਗੀ ਸਿੰਘ ਪਾਸੋਂ ਨਾ ਇਹ ਸ਼ਬਦ ਗਾਇਆ ਜਾਂਦਾ ਸੁਣਿਆ ਸੀ। ਅੱਜ ਵੀ ਮੇਰੇ ਦਿਲ ਵਿੱਚ ਨਾ ਉਹ ਧੁਨੀ, ਉਹ ਆਵਾਜ਼ ਜਿਵੇਂ ਲਿਖੀ ਹੋਈ ਹੋਵੇ। ਬੜੇ ਪਿਆਰੇ ਬੋਲ ਨੇ, ਸਤਿਗੁਰੂ ਜੀ ਪਾਵਨ ਬਚਨ ਉਚਾਰਨ ਕਰਦੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਬੇਦਿਆ। ਹਰਿ ਬਿਨ ਰਹਿਨ ਨਾ ਜਾਈ। ਵਾਹ! ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਜਦੋਂ ਹਿਰਦੇ ਵਿੱਚ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੀਤ ਟਿਕ ਗਈ ਹੈ। ਬੜੀ ਉੱਤਮ ਅਵਸਥਾ ਹੈ। ਦੇਖੋ ਅਸੀਂ ਤੇ ਹਾਲਾਂ ਲੋਚ ਰਹੇ ਹਾਂ ਨਾ, ਅਸੀਂ ਤੇ ਹਾਲਾਂ ਇੰਤਜ਼ਾਰ ਕਰ ਰਹੇ ਹਾਂ ਨਾ। ਇਸੇ ਲਈ ਤੇ ਰੋਜ਼-ਰੋਜ਼ ਹੱਥ ਜੋੜ ਕੇ ਆਖਦਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹਾਉ। ਬਕਉ ਸ਼ੁਭ ਰਸਨਾ ਦੀਜੈ ਹੈ ਪ੍ਰਾਣ ਅਕੋਰ। ਅਕੋਰ ਹੁੰਦਾ ਗਿਫਟ, ਉਪਹਾਰ। ਮੈਂ ਨਾ ਉਸ ਪਿਆਰੇ ਨੂੰ ਆਪਣੇ ਪ੍ਰਾਣ ਵੀ, ਆਪਣੀ ਜਾਨ ਵੀ, ਆਪਣਾ ਸਰੀਰ ਵੀ, ਸਾਰਾ ਕੁਝ ਉਪਹਾਰ ਵਜੋਂ ਭੇਟਾ ਕਰਦਿਆਂ ਜਿਹੜਾ ਕਿਤੇ ਮੈਨੂੰ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਦੇਵੇ। ਵਾਹ! ਕਿੰਨੇ ਮਿੱਠੇ ਬਚਨ ਨੇ। ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਹਰਿ ਸਿਉ ਪ੍ਰੀਤ ਅੰਤਰ ਮਨ ਬੇਧਿਆ। ਮੇਰਾ ਹਿਰਦਾ ਵਿੰਨਿਆ ਗਿਆ। ਮੇਰੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰੀਤ ਤੀਰ ਵਾਂਗ ਵਿੰਨੀ ਗਈ ਹੈ। ਹੁਣ ਵਿੰਨੀ ਗਈ, ਧਿਆਨ ਕਰਿਓ। ਤੁਸੀਂ ਕਦੇ ਤੀਰ ਵੇਖਿਆ ਹੋਵੇ ਨਾ, ਤੀਰ ਆਮ ਕਰਕੇ ਤੀਰ ਦੀ ਜਿਹੜੀ ਅਣੀ ਹੁੰਦੀ ਹੈ ਨਾ, ਨੋਕ ਉਸ ਦੀ, ਉਹ ਟਰਾਇੰਗਲ ਹੁੰਦੀ। ਟਰਾਇੰਗਲ ਕਿਉਂ ਬਣਾਈ ਜਾਂਦੀ ਸੀ? ਬਈ ਤਾਂ ਕਿ ਜਿਸ ਵੇਲੇ ਜਾ ਕੇ ਕਿਸੇ ਦੀ ਛਾਤੀ ਵਿੱਚ ਖੁੱਭੇ ਨਾ, ਤੇ ਪਿਛਲਾ ਪਾਸਾ ਚੌੜਾ ਹੁੰਦਾ, ਮੋਟਾ ਹੁੰਦਾ। ਤੇ ਉਹ ਇਸ ਤਰ੍ਹਾਂ ਬਣਾਇਆ ਜਾਂਦਾ ਸੀ
ਬਈ ਜੇ ਉਸ ਨੂੰ ਖਿੱਚ ਕੇ ਕੱਢਣ ਵੀ ਲੱਗੋ ਤਾਂ ਅੰਦਰੋਂ ਆਂਦਰਾਂ ਬਾਹਰ ਖਿੱਚ ਲਿਆਵੇ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਆਖਦੇ ਨੇ, ਵਾਹਿਗੁਰੂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਇੱਕ ਡੂੰਘੇ ਤਿੱਖੇ ਤੀਰ ਵਾਂਗ ਪੁੜ ਗਈ ਹੈ, ਜਿਹੜਾ ਤੀਰ ਹੁਣ ਬਾਹਰ ਵੀ ਨਹੀਂ ਨਿਕਲ ਸਕਦਾ, ਨਹੀਂ ਨਿਕਲਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਬੋਲ ਲਿਖੇ ਗੁਰਮੁਖ ਸਿੱਖਿਆ ਵਿੱਚ। ਉਹ ਕਹਿੰਦੇ ਨੇ, ਵੇਖੋ ਸਾਡੀ ਤੇ ਪ੍ਰੋਬਲਮ ਹੈ ਨਾ, ਅਸੀਂ ਰੋਜ਼ ਆਖਦੇ ਹਾਂ ਵਾਹਿਗੁਰੂ ਚੇਤੇ ਹੀ ਨਹੀਂ ਆਉਂਦਾ। ਪਤਾ ਨਹੀਂ ਦਿਹਾੜੀ ਵਿੱਚ ਕਿੰਨੇ ਕਿੰਨੇ ਘੰਟੇ ਸਾਨੂੰ ਭੁੱਲਿਆ ਰਹਿੰਦਾ, ਚੇਤੇ ਹੀ ਨਹੀਂ ਆਉਂਦਾ, ਯਾਦ ਹੀ ਨਹੀਂ ਆਉਂਦਾ। ਇਸੇ ਲਈ ਤੇ ਹੱਥ ਜੋੜ ਕੇ ਬਾਰ-ਬਾਰ ਆਖਦੇ ਹਾਂ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਸਾਡੀ ਤੇ ਪ੍ਰੋਬਲਮ ਹੈ ਨਾ ਕਿ ਸਾਨੂੰ ਵਾਹਿਗੁਰੂ ਚੇਤੇ ਹੀ ਨਹੀਂ ਆਉਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਮੈਨੂੰ ਵਾਹਿਗੁਰੂ ਵਿਸਰਦਾ ਹੀ ਨਹੀਂ, ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾ ਪ੍ਰਬਲ ਭਈ, ਆਨ ਬਿਖੈ ਜਰੀ। ਬੂੰਦ ਕਹਾਂ ਤਿਆਗ ਚਾਤ੍ਰਿਕ, ਮੀਨ ਰਹਿਤ ਨਾ ਘਰੀ। ਵਾਹ, ਮੈਂ ਫਿਰ ਦੁਹਰਾਨਾ, ਇਹ ਬੋਲਣਾ ਕਿਦਾਰਾ ਰਾਗ ਦੇਣਾ ਹੈ, ਅੰਮ੍ਰਿਤ ਵੇਲੇ ਗਾਇਆ ਜਾਂਦਾ ਹੈ। ਇੱਕ ਦਿਨ ਨਾ ਅੰਮ੍ਰਿਤ ਵੇਲੇ ਕੀਰਤਨ ਸੁਣਦਿਆਂ ਮੇਰੇ ਕੰਨਾਂ ਵਿੱਚ ਆਵਾਜ਼ ਪਈ, ਕੋਈ ਕਿਦਾਰਾ ਰਾਗ ਵਿੱਚ ਇਹ ਬੋਲ ਗਾ ਰਿਹਾ ਹੈ, ਬਿਸਰਤ ਨਾਹੇ ਮਨ ਤੇ ਹਰੀ। ਯਕੀਨ ਜਾਣਿਓ, ਉਹ ਬੋਲ ਮੇਰੇ ਹਿਰਦੇ ਵਿੱਚ ਵੜ ਗਏ। ਸਤਿਗੁਰੂ ਜੀ ਆਖਦੇ ਨੇ, ਹਰ ਸਿਉ ਪ੍ਰੀਤ ਅੰਤਰ ਮਨ ਬੇਧਿਆ, ਹਰ ਬਿਨ ਰਹਿਣ ਨਾ ਜਾਈ। ਹੁਣ ਮੇਰੇ ਕੋਲੋਂ ਵਾਹਿਗੁਰੂ ਤੋਂ ਬਿਨਾਂ ਰਿਹਾ ਨਹੀਂ ਜਾਂਦਾ। ਵਾਹਿਗੁਰੂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਗਈ ਹੈ, ਮੇਰੇ ਜੀਵਨ ਦਾ ਆਧਾਰ ਹੋ ਗਈ ਹੈ। ਜਿਉ ਮਛਲੀ ਬਿਨ ਨੀਰ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ ਨਾ, ਤੁਸੀਂ ਕਦੇ ਵੇਖੋ ਤੇ ਸਹੀ, ਮੱਛੀ ਨੂੰ ਨਾ ਇੱਕ ਸਕਿੰਟ ਲਈ ਪਾਣੀ ਤੋਂ ਬਾਹਰ ਕੱਢ ਕੇ ਵੇਖੋ ਕਿਵੇਂ ਤੜਫਦੀ। ਜੇ ਵਾਹਿਗੁਰੂ ਨਾਲ ਸਾਡਾ ਇਹੋ ਜਿਹਾ ਪਿਆਰ ਨਾ ਹੋਵੇ ਤਾਂ ਫਿਰ ਕੀ ਹੋਇਆ, ਫਿਰ ਕੀ ਕੀਤਾ। ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਤੜਫਦੀ ਹੈ, ਇਸੇ ਤਰ੍ਹਾਂ ਮੈਂ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਦੀ ਯਾਦ ਤੋਂ ਬਿਨਾਂ ਮੈਨੂੰ ਲੱਗਦਾ ਜਿਵੇਂ ਮੈਂ ਮਰ ਰਿਹਾ। ਤੇ ਉਹ ਨਾਮੈ ਬਿਨ ਮਰ ਜਾਈ, ਹੇ ਮੇਰੇ ਵਾਹਿਗੁਰੂ ਮੈਂ ਮਰ ਜਾਂਦਾ ਹਾਂ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ। ਹੇ ਮੇਰੇ ਪਿਆਰੇ ਪ੍ਰਭੂ, ਮੇਰੇ ਉੱਤੇ ਕਿਰਪਾ ਕਰੋ, ਆਪਣੀ ਮਿਹਰ ਦਾ ਜਲ, ਨਾਮ ਜਲ ਮੈਨੂੰ ਦੇ ਦਿਓ, ਮੇਰੇ ਹਿਰਦੇ ਵਿੱਚ ਵਸਾ ਦਿਓ ਜੀ। ਹੋ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸਾਤ ਪਾਈ। ਵਾਹ, ਮੈਂ ਹਰ ਵੇਲੇ ਅੰਦਰੋਂ ਹਿਰਦੇ ਵਿੱਚੋਂ ਇਹ ਮੰਗ ਕਰ ਰਿਹਾ, ਹੇ ਮੇਰੇ ਪਿਆਰੇ ਪ੍ਰਭੂ ਕਿਰਪਾ ਕਰ, ਮੈਨੂੰ ਨਾਮ ਅੰਮ੍ਰਿਤ ਬਖਸ਼ ਦੇ, ਮੈਨੂੰ ਨਾਮ ਅੰਮ੍ਰਿਤ ਬਖਸ਼ ਦੇ। ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ, ਹਉ ਅੰਤਰ ਨਾਮ ਮੰਗਾ ਦਿਨ ਰਾਤੀ, ਨਾਮੇ ਹੀ ਸ਼ਾਂਤ ਪਾਈ। ਇਹ ਗੱਲ ਆਖਾਂ, ਦੇਖੋ ਸਿੱਖ ਦੀ ਮੰਜ਼ਿਲ ਤੇ ਇਹ ਆ, ਅਧਿਆਤਮਿਕ ਜੀਵਨ ਦੀ ਮੰਜ਼ਿਲ ਤੇ ਇਹ ਆ ਜੋ ਕੁਝ ਮਹਾਰਾਜ ਗੁਰੂ ਰਾਮਦਾਸ ਜੀ ਫਰਮਾਨ ਕਰ ਰਹੇ ਨੇ। ਵਾਹਿਗੁਰੂ ਦੇ ਪ੍ਰੇਮ ਵਿੱਚ, ਨਾਮ ਰੰਗ ਵਿੱਚ ਰੰਗੇ ਰਹਿਣ। ਅੱਛਾ, ਜਿਹੜਾ ਇਸ ਅਵਸਥਾ ਤੇ ਪਹੁੰਚ ਜਾਂਦਾ ਫਿਰ ਕੀ ਹੁੰਦਾ? ਨਾਮੇ ਹੀ ਸ਼ਾਂਤ ਪਾਈ, ਮੈਨੂੰ ਨਾਮ ਮਿਲਦਾ ਤੇ ਸ਼ਾਂਤੀ ਆ ਜਾਂਦੀ ਹੈ। ਸੱਚ ਜਾਣਿਓ, ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਨਾ, ਉਸ ਦਾ ਹਿਰਦਾ ਸ਼ਾਂਤ ਹੋ ਜਾਏਗਾ। ਇੱਕ ਸੌਖਾ ਜਿਹਾ ਟੈਸਟ ਦੱਸਾਂ, ਹਾਲਾਂ ਜਿਸ ਦੇ ਬੋਲਾਂ ਵਿੱਚ ਤਲਖੀ ਹੈ ਨਾ, ਜਿਸ ਦੀ ਗੱਲ ਸੁਣਿਆ ਸਾਡਾ ਹਿਰਦਾ ਸੜ ਜਾਂਦਾ ਹੈ, ਸਮਝ ਲਿਆ ਜੇ ਹਾਲਾਂ ਨਾ ਇਸ ਨੂੰ ਨਾਮ ਰਸ ਦੀ ਪ੍ਰਾਪਤੀ ਨਹੀਂ ਹੋਈ। ਗੁਸਤਾਖੀ ਲਿਖੀ ਮਾਂ।
जिस दिन नाम रस मिल जाएगा ना, बोल खरवे हो ही नहीं सकते। ना बोल खरवा रहिंदा, ना दुश्मनी की भावना रहिंदी है, ना बेगानापन रहिंदा है। उस वेले ते हर पासे नज़र आ रहा है, सब में जोत, जोत है सोए तिसदै चानण, सब में चानण होए। फिर तो हिरदा शांत हो जाता है। गुरु जी आखदे ने, ऐ मेरे प्यारे प्रभु कृपा कर, मेरा हिरदा शांत हो जाए, मैनू अपना नाम बख्श दे। रहाओ ज्यों चात्रिक जल बिन बिल लावै, बिन जल प्यास ना जाई। ਇਹ ਮੇਰੇ ਪਿਆਰੇ ਪ੍ਰਭੂ, ਜਿਵੇਂ ਚਾਤਰਿਕ ਬਿਨਾ ਜਲ ਤੋਂ ਬਿਲ ਲਾਉਂਦਾ ਰਹਿੰਦਾ, ਸਵੰਤੀ ਬੂੰਦ ਤੋਂ, ਭਾਵੇਂ ਜਲ ਨਾਲ ਤੇ ਦਰਿਆ ਭਰੇ ਹੋਏ ਨੇ, ਸਮੁੰਦਰ ਭਰੇ ਹੋਏ ਨੇ, ਪਰ ਉਸ ਨੂੰ ਇਸ ਨਾਲ, ਇਹਨਾਂ ਸਮੁੰਦਰਾਂ ਨਾਲ, ਦਰਿਆਵਾਂ ਦੇ ਪਾਣੀ ਨਾਲ ਕੋਈ ਸਰੋਕਾਰ ਨਹੀਂ। ਉਸ ਨੂੰ ਤਾਂ ਇੱਕ ਸਵੰਤੀ ਬੂੰਦ ਚਾਹੀਦੀ ਹੈ। ਜਦੋਂ ਤੱਕ ਸਵੰਤੀ ਬੂੰਦ ਨਹੀਂ ਮਿਲਦੀ, ਜਿਵੇਂ ਬਬੀਹਾ ਚਾਤਰਿਕ ਤੜਪਦਾ, ਐ ਮੇਰੇ ਪਿਆਰੇ ਪ੍ਰਭੂ ਮੇਰਾ ਮਨ ਵੀ ਇਸੇ ਤਰ੍ਹਾਂ ਤੜਪ ਰਿਹਾ ਹੈ। ਗੁਰਮੁਖ ਜਲ ਪਾਵੈ ਸੁਖ ਸਹਜੇ, ਹਰਿਆ ਭਾਏ ਸੁਭਾਈ। ਗੁਰੂ ਦੀ ਕਿਰਪਾ ਨਾਲ ਇਹ ਜੀਵ ਇਹ ਅੰਮ੍ਰਿਤ ਜਲ ਹਾਸਲ ਕਰਦਾ ਹੈ ਤੇ ਫਿਰ ਸਦਾ ਲਈ ਹਰਿਆ ਭਰਿਆ ਹੋ ਜਾਂਦਾ ਹੈ, ਸਦਾ ਲਈ ਆਨੰਦ ਵਿੱਚ, ਵਾਹਿਗੁਰੂ ਦੇ ਪ੍ਰੇਮ ਵਿੱਚ ਭਾਏ, ਮੈਨੇ ਪ੍ਰੇਮ ਵਿੱਚ ਮਗਨ ਹੋ ਜਾਂਦਾ ਹੈ। ਸਹਿਜ ਸੁਭਾਵਕ ਉਸ ਪ੍ਰੇਮ ਆਨੰਦ ਵਿੱਚ ਟਿਕਿਆ ਰਹਿੰਦਾ ਹੈ। ਮਨ ਮੁਖ ਭੂਖੇ ਦਹਿ ਦਿਸ ਡੋਲੈ, ਬਿਨ ਨਾਵੈ ਦੁਖ ਪਾਈ। ਮਨਮੁਖ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋਈ। ਮੈਂ ਫਿਰ ਇਹ ਗੱਲ ਆਖ ਲਵਾਂ, ਸਿੱਖੀ ਵਿੱਚ ਤੇ ਗੱਲ ਬੜੀ ਸੌਖੀ ਹੈ। ਜਦੋਂ ਵੀ ਅੰਮ੍ਰਿਤ ਜਲ ਲੈਣ ਦੀ ਇੱਛਾ ਹੋਵੇ ਨਾ, ਸਿੱਖ ਹੱਥ ਜੋੜ ਕੇ ਪੱਲਾ ਪਾ ਕੇ, ਪੱਲਾ ਗਲ ਵਿੱਚ ਪਾ ਕੇ ਪੰਜਾਂ ਪਿਆਰਿਆਂ ਦੇ ਪਾਸ ਹਾਜ਼ਰ ਹੁੰਦਾ ਹੈ। ਉਹ ਜਿੱਥੇ ਅੰਮ੍ਰਿਤ ਛਕਾਉਣਗੇ, ਉਸ ਵੇਲੇ ਬਾਕਾਇਦਾ ਨਾਮ ਦਿੱਤਾ ਜਾਏਗਾ, ਸੁਣਾਇਆ ਜਾਏਗਾ। ਫਿਰ ਸਿੱਖ ਨੇ ਆਪਣੀ ਜ਼ਿੰਦਗੀ ਵਿੱਚ ਰੋਜ਼ ਅੰਮ੍ਰਿਤ ਵੇਲੇ ਜਾਗ ਕੇ ਉਸ ਨਾਮ ਅੰਮ੍ਰਿਤ ਨੂੰ ਦ੍ਰਿੜ ਕਰਨਾ ਹੈ। ਇਹ ਹੁਕਮ ਹੈ। ਅੰਮ੍ਰਿਤ ਛਕਣਾ ਕੋਈ ਐਵੇਂ ਫਾਰਮੈਲਿਟੀ ਨਹੀਂ ਹੈਗੀ, ਬਲਕਿ ਇਹ ਤੇ ਅੰਮ੍ਰਿਤ ਨਾਮ ਨਾਲ ਤੁਹਾਡਾ ਸੰਬੰਧ ਜੋੜਨ ਵਾਲੀ ਕਿਰਿਆ। ਜਿਸ ਨੂੰ ਨਹੀਂ ਮਿਲਦਾ, ਭਾਈ ਸਾਹਿਬ ਜੀ ਵਾਹਿਗੁਰੂ ਸਤਿਗੁਰੂ ਜੀ ਫਰਮਾਨ ਕਰਦੇ ਨੇ, ਐਸੇ ਮਨਮੁਖ ਲਗਾਤਾਰ ਹਰ ਵੇਲੇ ਸਾਰੇ ਪਾਸੇ ਭਟਕਦੇ ਫਿਰਦੇ ਨੇ, ਦੁਖੀ ਹੁੰਦੇ ਫਿਰਦੇ ਨੇ, ਤੇ ਵਾਹਿਗੁਰੂ ਦੇ ਨਾਮ ਜਲ ਤੋਂ ਬਿਨਾਂ ਦੁੱਖ ਹਾਸਲ ਕਰਦੇ ਨੇ। ਜਨਮ ਮਰੈ ਫਿਰ ਜੋਨੀ ਆਵੈ, ਦਰਗਾਹ ਮਿਲੈ ਸਜਾਈ। ਐਸੇ ਮਨਮੁਖ ਜਿਨ੍ਹਾਂ ਨੂੰ ਨਾਮ ਜਲ ਦੀ ਪ੍ਰਾਪਤੀ ਨਹੀਂ ਹੋਈ, ਬਾਰ-ਬਾਰ ਜੰਮਣ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ, ਜੋਨੀਆਂ ਵਿੱਚ ਭਟਕਦੇ ਰਹਿੰਦੇ ਨੇ ਅਤੇ ਅਤ ਦੁਖੀ ਹੁੰਦੇ ਨੇ। ਰੱਬੀ ਦਰਗਾਹ ਤੋਂ ਇਹ ਵੱਡੀ ਸਜ਼ਾ ਮਿਲਦੀ ਹੈ ਉਹਨਾਂ ਨੂੰ, ਨਾਮ ਜਲ ਹਾਸਲ ਨਾ ਹੋਣ ਕਰਕੇ। ਕਿਰਪਾ ਕਰਹਿ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ। ਵਾਹ, ਵਾਹਿਗੁਰੂ ਅਪਾਰ ਰਹਿਮਤ ਕਰੇ, ਸਤਿਗੁਰੂ ਦੇ ਨਾਲ ਜੋੜ ਦਿੰਦਾ ਹੈ, ਸਤਿਗੁਰੂ ਰਹਿਮਤ ਕਰਕੇ ਨਾਮ ਜਲ ਬਖਸ਼ ਦਿੰਦਾ ਹੈ। ਜਿਸ ਵਿਅਕਤੀ ਨੂੰ ਵਾਹਿਗੁਰੂ ਦਾ ਨਾਮ ਜਲ ਮਿਲ ਜਾਏ, ਐਸਾ ਵਿਅਕਤੀ ਹਰ ਰਸ ਅੰਤਰ ਪਾਈ, ਉਸ ਨੂੰ ਆਪਣੇ ਹਿਰਦੇ ਵਿੱਚ ਇਹ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਦੇ ਗੁਣ ਗਾਉਣ ਨਾਲ। ਨਾਨਕ ਦੀਨ ਦਇਆਲ ਭਏ ਹੈ, ਤ੍ਰਿਸ਼ਨਾ ਸ਼ਬਦ 부ਝਾਈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਮੈਂ ਦਾਸ ਨਾਨਕ ਇਹ ਵਰਣਨ ਕਰਦਾ। ਇਹ ਗੱਲ ਹੋਰ ਆਖ ਲਵਾਂ, ਗੁਰੂ ਦਾ ਜ਼ਿਕਰ ਕਰਨ ਲੱਗਿਆ ਨਾ, ਸਾਨੂੰ ਨਿਹਾਇਤ ਗੁਰੂ ਭਗਤੀ ਵਾਲੇ ਭਾਵ ਦੀ ਲੋੜ ਹੈ। ਮੈਨੂੰ ਇਹ ਗੱਲ ਭੁੱਲਦੀ ਨਹੀਂ। ਕੁਝ ਸਮਾਂ ਪਹਿਲਾਂ ਲੁਧਿਆਣੇ ਵਿਖੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਮੈਨੂੰ ਥੋੜ੍ਹੀ ਦੇਰ ਪੜ੍ਹਾਉਣ ਦੀ ਸੇਵਾ ਦਾ ਮੌਕਾ ਬਣਿਆ, ਜਿਸ ਕਰਕੇ ਬਹੁਤ ਵਾਰ ਬਹੁਤ ਸਾਰੇ ਪ੍ਰੇਮੀ ਪ੍ਰੋਫੈਸਰ ਸਾਹਿਬ ਕਹਿ ਕੇ ਮੈਨੂੰ ਸੰਬੋਧਨ ਕਰਨਗੇ। ਇਹ ਕਾਨਫਰੰਸ ਵਿੱਚ ਦਾਖਲ ਸਾਂ, ਹਾਜ਼ਰ ਸਾਂ।
ਬੜੇ ਪਿਆਰੇ ਪੜ੍ਹੇ ਲਿਖੇ ਸੱਜਣ ਮੇਰੇ ਪਾਸ ਆਏ ਤੇ ਬੜੇ ਸਤਿਕਾਰ ਨਾਲ ਆਖਣ ਲੱਗੇ, ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਕੋਲੋਂ ਇਹ ਗੱਲ ਪੁੱਛਣੀ ਸੀ। ਮੈਂ ਉਹਨਾਂ ਨੂੰ 2 ਹੱਥ ਜੋੜ ਕੇ ਆਖਿਆ, ਮੈਂ ਕਿਹਾ ਤੁਸੀਂ ਮੈਨੂੰ ਪ੍ਰੋਫੈਸਰ ਸਾਹਿਬ ਕਿਉਂ ਕਹਿ ਰਹੇ ਹੋ? ਕਹਿਣ ਲੱਗੇ ਜੀ ਇਹ ਸਾਡਾ ਤਰੀਕਾ ਹੈ, ਢੰਗ ਹੈ ਗੱਲਬਾਤ ਕਰਨ ਦਾ, ਸਤਿਕਾਰ ਨਾਲ ਬੁਲਾਉਣ ਦਾ। ਮੈਂ ਕਿਹਾ ਫਿਰ ਇਹ ਮੈਨੂੰ ਇੱਕ ਗੱਲ ਦੱਸਿਓ, ਹੁਣੇ ਕੁਝ ਮਿੰਟ ਪਹਿਲਾਂ ਤੁਸੀਂ ਜਿਸ ਵੇਲੇ ਸਟੇਜ ਤੇ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਨਾਨਕ ਕਹਿੰਦਾ ਹੈ। ਮੈਂ ਕਿਹਾ ਹੁਣ ਤੁਸੀਂ ਆਪ ਦੱਸਿਓ ਸਾਡਾ ਸਲੀਕਾ ਗੁਰੂ ਦੇ ਪ੍ਰਤੀ ਇਹ ਆ? ਜੇ ਇਹ ਸਾਡਾ ਸੱਭਿਆਚਾਰ ਹੈ, ਜੇ ਇਹ ਸਾਡੀ ਪੜ੍ਹਾਈ ਹੈ, ਜੇ ਇਹ ਸਾਡੀ ਮਹਾਨਤਾ ਹੈ ਕਿ ਅਸੀਂ ਗੁਰੂ ਨੂੰ ਵੀ ਬੇਅਦਬੀ ਨਾਲ ਬੁਲਾ ਸਕੀਏ, ਤਾਂ ਖਿਮਾ ਕਰਿਓ, ਮੈਨੂੰ ਤੁਹਾਡੇ ਇਹੋ ਜਿਹਾ ਸੱਭਿਆਚਾਰ ਤੋਂ ਮੈਂ ਕੁਛ ਨਹੀਂ ਲੈਣਾ। ਅਸੀਂ ਇੱਕ ਆਮ ਬੰਦੇ ਨੂੰ ਤੇ ਸਾਹਿਬ ਜੀ ਆ ਕੇ ਬੁਲਾਵਾਂਗੇ, ਪ੍ਰੋਫੈਸਰ ਸਾਹਿਬ ਜੀ, ਗਿਆਨੀ ਸਾਹਿਬ ਜੀ, ਪ੍ਰਧਾਨ ਸਾਹਿਬ ਜੀ, ਪਰ ਗੁਰੂ ਦਾ ਜ਼ਿਕਰ ਕਰਨ ਲੱਗਿਆ ਸਾਡੀ ਜ਼ੁਬਾਨ ਨੂੰ ਵਲ ਕਿਉਂ ਪੈਣ ਲੱਗ ਪੈਂਦਾ? ਸਤਿਗੁਰੂ ਜੀ ਫਰਮਾਨ ਕਰਦੇ ਨੇ, ਨਾਨਕ ਦੀਨ ਦਿਆਲ ਭਏ ਹੈ ਤ੍ਰਿਸ਼ਨਾ ਨਾਮ, ਤ੍ਰਿਸ਼ਨਾ ਸ਼ਬਦ ਬੁਝਾਈ। ਸਤਿਗੁਰੂ ਦੇ ਇਹ ਆਖਰੀ ਬੋਲ ਆਪਾਂ ਦੁਬਾਰਾ ਪੜ੍ਹੀਏ, ਫਿਰ ਸਮਾਪਤੀ ਕਰਦੇ ਹਾਂ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਨਾਨਕ ਸਤਿ ਉੱਤੇ ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਮੇਰੀ ਤ੍ਰਿਸ਼ਨਾ ਬੁਝਾ ਦਿੱਤੀ। ਕਿਰਪਾ ਕਰਹਿ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ। ਨਾਨਕ ਦੀਨ ਦਿਆਲ ਭਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।